ਸਵਾਗਤ ਹੈ ਤੁਹਾਡੇ ਸਾਰਿਆਂ ਦਾ ਪੰਜਾਬ ਸਕਸੈਸ ਮੰਤਰਾ ਦੇ YouTube ਚੈਨਲ ਤੇ। ਜੈ ਹਿੰਦ ਐਂਡ ਅ ਵੈਰੀ ਵਾਰਮ ਵੈਲਕਮ ਟੂ ਟੁਡੇਜ਼ ਸੈਸ਼ਨ। ਇਹਦੇ ਵਿੱਚ ਅਸੀਂ ਇੰਡੀਅਨ ਇਕਨੋਮੀ ਤੋਂ ਰਿਲੇਟਡ 10 ਇੰਪੋਰਟੈਂਟ MCQs ਨੂੰ ਡਿਸਕਸ ਕਰਾਂਗੇ। ਸੋ ਲੈਟਸ ਸਟਾਰਟ ਦਾ ਡਿਸਕਸ਼ਨ। ਪਹਿਲਾਂ ਦੇਖ ਲਓ ਵੀਕਲੀ ਸ਼ਡਿਊਲ ਤੁਹਾਨੂੰ ਦਿਸ ਰਿਹਾ ਮੇਰੇ ਪਿੱਛੇ, ਜਿਹੜਾ ਅਸੀਂ ਇਨੀਸ਼ੀਏਟਿਵਸ ਰਨ ਕਰਦੇ ਹਾਂ ਪੰਜਾਬ ਸਕਸੈਸ ਮੰਤਰਾ ਦੇ YouTube ਚੈਨਲ ਤੇ ਤੁਹਾਡੇ ਲਈ, ਹੈ ਨਾ। ਸੋ ਯੂ ਹੈਵ ਕਰੰਟ ਅਫੇਅਰਸ, MCQ ਰਿਵੀਜ਼ਨ ਸੀਰੀਜ਼, ਆਲ ਥੀਸ ਥਿੰਗਸ। ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਐਂਡ ਫੋਲੋ ਕਰ ਸਕਦੇ ਹੋ। चलो पहला क्वेश्चन आज का जोड़ा है, कंसीडर द फॉलोइंग स्टेटमेंट्स रिगार्डिंग मल्टी डायमेंशन पॉवर्टी इंडेक्स MPI के बारे गल कर रहा है। इट हैज 3 इक्वली वेटेड मेजर्स, हेल्थ, एजुकेशन एंड स्टैंडर्ड ऑफ लिविंग। दूजा, इट हैज बीन यूज्ड बाय UNDP सिंस 2000। तीजा, the 3 dimensions are represented by 12 indicators। and चौथा, finance ministry was identified as the nodal agency for the MPI। ਤੁਸੀਂ ਇੱਥੇ ਕੀ ਦੱਸਣਾ ਹੈ ਕਿ ਬਈ ਕਰੈਕਟ ਸਟੇਟਮੈਂਟ ਜਿਹੜੀ ਹੈ ਇਹਨਾਂ ਚੋਂ ਕਿਹੜੀ ਹੈ। ਚਲੋ ਡਿਸਕਸ करते हैं। पहली स्टेटमेंट जी है वो बिल्कुल सही है कि 3 इक्वली वेटेड मेजर्स ने ਜਿਹੜੇ ਫੋਲੋ ਕਰਦੇ ਹਾਂ ਅਸੀਂ MPI ਵਿੱਚ। ਕੀ ਹੈ? ਹੈਲਥ ਹੈ, ਐਜੂਕੇਸ਼ਨ ਐਂਡ ਸਟੈਂਡਰਡ ਆਫ ਲਿਵਿੰਗ ਹੈ। ਜਿਹੜੇ ਇਹ MPI ਹੈ ਇਹਨੂੰ UNDP since 2010 ਯੂਜ਼ ਕਰ ਰਿਹਾ ਹੈ, not since 2000। ਸੋ ਸੈਕੰਡ ਵਿਲ ਬੀ ਇਨਕਰੈਕਟ। ਤੀਜਾ ਜਿਹੜਾ ਹੈ ਉਹ ਬਿਲਕੁਲ ਸਹੀ ਹੈ ਕਿ 12 ਇੰਡੀਕੇਟਰਸ ਨੂੰ ਯੂਜ਼ ਕਰਕੇ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਇਹ 3 ਡਾਇਮੈਂਸ਼ਨਸ ਨੂੰ। ਚੌਥੀ ਜਿਹੜੀ ਹੈ ਉਹ ਗਲਤ ਹੈ। ਕਿਉਂ? ਕਿਉਂਕਿ ਫਾਈਨੈਂਸ ਮਿਨਿਸਟਰੀ ਨਹੀਂ ਹੋਣੀ ਚਾਹੀਦੀ ਇੱਥੇ। ਇਟ ਇਜ਼ ਦ ਨੈਸ਼ਨਲ ਇੰਸਟੀਟਿਊਸ਼ਨ ਫॉर ਟ੍ਰਾਂਸਫਾਰਮਿੰਗ ਇੰਡੀਆ, ਜਿਹਨੂੰ ਤੁਸੀਂ ਕੀ ਕਹਿੰਦੇ ਹੋ, ਨੀਤੀ ਆਯੋਗ। ਤੇ ਚੌਥੀ ਜਿਹੜੀ ਹੈ ਉਹ ਗਲਤ ਹੈ। ਹੈਂਸ ਯਰ ਆਨਸਰ ਵਿਲ ਬੀ 1 and 3। ਠੀਕ ਹੈ, ਚਲੋ। So this is what we have discussed. Moving to question number 2. How many of the below given pairs are correctly matched? Structural unemployment, shift in demand to other products, frictional unemployment, persons who lose job and in search of jobs, ਟੈਕਨੀਕਲ ਅਨਐਮਪਲੋਇਮੈਂਟ, ਲੇਬਰ ਸੇਵਿੰਗ ਡਿਵਾਈਸਿਸ। ਤੁਸੀਂ ਦੱਸਣਾ ਇੱਥੇ ਕਿੰਨੇ ਪੇਅਰ ਜਿਹੜੇ ਨੇ ਉਹ ਕਰੈਕਟਲੀ ਮੈਚ ਨੇ। ਨੰਬਰ ਆਫ ਪੇਅਰਸ ਪੁੱਛਿਆ ਤੁਹਾਡੇ ਕੋਲੋਂ। ਆਲਰਾਈਟ, ਸੋ ਲੈਟਸ ਡਿਸਕਸ। ਆਨਸਰ ਇੱਥੇ ਹੋਏਗਾ C, ਦੈਟ ਇਜ਼ ਆਲ ਦ ਪੇਅਰਸ। ਦੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਇੱਕ ਕਰਕੇ ਦੇਖਦੇ ਹਾਂ ਕਿ ਕਿਹੜੀ ਅਨਐਮਪਲੋਇਮੈਂਟ ਦਾ ਕੀ ਮਤਲਬ ਹੁੰਦਾ ਹੈ। ਸਟਰਕਚਰਲ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਸ਼ਿਫਟ ਹੋ ਰਹੀ ਹੈ ਡਿਮਾਂਡ ਵਿੱਚ ਟੂ ਅਦਰ ਪ੍ਰੋਡਕਟਸ। ਵਾਈ? ਬਿਕੋਜ਼ ਆਫ ਅ ਚੇਂਜ ਇਨ ਦ ਸਟਰਕਚਰ। ਸਟਰਕਚਰ ਕਿਵੇਂ ਕਿ ਸੋਸਾਇਟੀ ਪਹਿਲਾਂ ਕੋਈ ਪਾਰਟਿਕੂਲਰ ਗੁੱਡਸ ਨੂੰ ਡਿਮਾਂਡ ਕਰ ਰਹੀ ਸੀ, ਹੁਣ ਉਹਦੀ ਡਿਮਾਂਡ ਕਿਸੇ ਹੋਰ ਪ੍ਰੋਡਕਟਸ ਲਈ ਵੱਧ ਗਈ ਹੈ। ਤੇ ਉਹ ਪਹਿਲਾਂ ਜਿਹੜੇ ਪ੍ਰੋਡਕਟਸ ਨੂੰ ਡਿਮਾਂਡ ਕਰਦੀ ਸੀ, ਨਾਓ ਦੇ ਆਰ ਨੋ ਮੋਰ ਇਨ ਡਿਮਾਂਡ। ਫੋਰ ਐਗਜ਼ਾਮਪਲ, ਪਹਿਲਾਂ ਇੱਕ ਟਾਈਮ ਸੀਗਾ ਅਸੀਂ ਟਾਰਚ ਪਰਚੇਸ ਕਰਦੇ ਸੀ, ਅਸੀਂ ਕੈਲਕੂਲੇਟਰ ਵੀ ਪਰਚੇਸ ਕਰਦੇ ਸੀ, ਅਸੀਂ ਕਹਿ ਲਓ ਕੈਮਰਾ ਵੀ ਵੱਖਰਾ ਪਰਚੇਸ ਕਰਦੇ ਸੀ, ਹੈ ਨਾ। ਮੋਬਾਈਲ ਫੋਨ ਤੋਂ ਆਉਣ ਦੇ ਬਾਅਦ, ਆਫਟਰ ਮੋਬਾਈਲ ਫੋਨਸ ਕੇਮ ਇਨਟੂ ਯੂਜ਼ੇਜ, ਉਸ ਤੋਂ ਬਾਅਦ ਇਹ ਸਾਰੀ ਚੀਜ਼ਾਂ ਇਹਦੇ ਵਿੱਚ ਸਾਨੂੰ ਮਿਲਣ ਲੱਗੀਆਂ ਤੇ ਇੱਕ ਡਿਮਾਂਡ ਜਿਹੜੀ ਹੈ ਸ਼ਿਫਟ ਹੋਈ ਕਿਤੇ ਤੋਂ, ਫਰੋਮ ਥੀਸ ਪ੍ਰੋਡਕਟਸ ਟੂ ਅਦਰ ਪ੍ਰੋਡਕਟ। ਤੇ ਦੈਟ ਕ੍ਰੀਏਟਡ ਕਿ ਜਿਹੜੇ ਇਹਨਾਂ ਨੂੰ ਪ੍ਰੋਡਿਊਸ ਕਰਨ ਵਿੱਚ, ਮੈਨੂਫੈਕਚਰ ਕਰਨ ਦੇ ਵਿੱਚ ਲੋਕੀ ਇੰਪਲੋਇਡ ਸੀਗੇ, ਉਹਨਾਂ ਲਈ ਇੱਕ ਤਰੀਕੇ ਦੀ ਅਨਐਮਪਲੋਇਮੈਂਟ ਕ੍ਰੀਏਟ ਹੋ ਗਈ। ਦੈਟ ਇਜ਼ ਟਰਮਡ ਐਜ਼ ਸਟਰਕਚਰਲ ਅਨਐਮਪਲੋਇਮੈਂਟ। ਦੂਜਾ ਜਿਹੜਾ ਹੈ ਫ੍ਰਿਕਸ਼ਨਲ ਅਨਐਮਪਲੋਇਮੈਂਟ। ਇਹਦਾ ਮਤਲਬ ਹੈ ਕਿ ਤੁਸੀਂ ਜਿਹੜੀ ਤੁਹਾਡੀ ਐਗਜ਼ਿਸਟਿੰਗ ਜੌਬ ਹੈ ਤੁਸੀਂ ਉਹਨੂੰ ਖੋ ਬੈਠੇ ਹੋ, ਦੂਜੀ ਜੌਬ ਤੁਸੀਂ ਲੱਭ ਰਹੇ ਹੋ ਬਟ ਤੁਹਾਨੂੰ ਹਲੇ ਉਹ ਜੌਬ ਮਿਲੀ ਨਹੀਂ ਹੈ, ਅਗਲੀ ਜੌਬ ਤੁਸੀਂ ਹਲੇ ਸਟਿਲ ਯੂ ਆਰ ਸਰਚਿੰਗ ਫॉर that is called frictional unemployment। ਥਰਡ ਇਜ਼ ਟੈਕਨੀਕਲ ਅਨਐਮਪਲੋਇਮੈਂਟ। ਇਹਦਾ ਮਤਲਬ ਕੀ ਹੈ ਕਿ ਟੈਕਨੋਲੋਜੀ ਵਿੱਚ ਕੋਈ ਇਨੋਵੇਸ਼ਨ ਹੋਇਆ, ਇਨੋਵੇਸ਼ਨ ਕਰਕੇ ਨਵੀਂ ਮਸ਼ੀਨਸ, ਨਵੀਂ ਟੈਕਨੋਲੋਜੀ ਜਿਹੜੀ ਹੈ ਉਹਨੂੰ ਅਸੀਂ ਇਨਵੈਂਟ ਕੀਤਾ ਤੇ ਪਹਿਲੇ ਜਿੱਥੇ ਮੰਨ ਲਓ 10 ਲੇਬਰ ਜਾਂ ਫਿਰ 10 ਲੋਕਾਂ ਲਈ ਕੰਮ ਸੀਗਾ, ਜਾਂ 10 ਲੇਬਰ ਮਿਲ ਕੇ, 10 ਹਿਊਮਨ ਬੀਇੰਗਸ ਮਿਲ ਕੇ ਕੰਮ ਕਰ ਰਹੇ ਸੀ, ਹੁਣ ਸਿਰਫ 2 ਹਿਊਮਨਸ ਦੀ ਜਾਂ 2 ਲੇਬਰਸ ਦੀ ਲੋੜ ਹੈ। ਬਾਕੀ ਕੰਮ 8 ਲੋਕਾਂ ਦਾ ਕੰਮ ਕੌਣ ਕਰ ਰਿਹਾ ਹੈ? ਮਸ਼ੀਨ ਕਰ ਰਹੀ ਹੈ ਜਾਂ ਫਿਰ ਉਹ ਟੈਕਨੋਲੋਜੀ ਕਰ ਰਹੀ ਹੈ। ਤੇ ਇਹਦੇ ਕਰਕੇ ਜਿਹੜੀ ਅਨਐਮਪਲੋਇਮੈਂਟ ਅਰਾਈਜ਼ ਹੁੰਦੀ ਹੈ ਉਹਨੂੰ ਕਹਿੰਦੇ ਆ ਟੈਕਨੀਕਲ ਅਨਐਮਪਲੋਇਮੈਂਟ। ਸੋ ਆਲ ਦ ਪੇਅਰਸ ਆਰ ਕਰੈਕਟਲੀ ਮੈਚਡ। ਠੀਕ ਹੈ, ਇਹ ਅਸੀਂ ਡਿਸਕਸ ਕਰ ਲਿਆ ਸਟਰਕਚਰਲ, ਫ੍ਰਿਕਸ਼ਨਲ ਐਂਡ ਟੈਕਨੋਲੋਜੀਕਲ ਅਨਐਮਪਲੋਇਮੈਂਟ। Moving to question number 3, consider the following statements. Gini index is a measure of the distribution of income across a population. Second, a higher Gini index indicates greater equality। ਕੀ ਹੋਏਗਾ ਆਨਸਰ ਇੱਥੇ? ਆਨਸਰ ਹੋਏਗਾ B, ਬਿਕਾਜ਼ ਪਹਿਲੀ ਸਟੇਟਮੈਂਟ ਜਿਹੜੀ ਹੈ ਉਹ ਸਹੀ ਹੈ, ਦੂਜੀ ਜਿਹੜੀ ਹੈ ਉਹ ਗਲਤ ਹੈ। ਪਹਿਲਾ ਸਹੀ ਕਿਉਂ ਹੈ? ਕਿਉਂਕਿ ਬਿਲਕੁਲ ਗਿਨੀ ਜਿਹੜਾ ਤੁਹਾਡਾ ਇੰਡੈਕਸ ਹੈ ਜਾਂ ਕੋਐਫੀਸ਼ੀਐਂਟ ਹੈ ਉਹ ਕੀ ਮੇਜਰ ਕਰਦਾ ਹੈ? ਇਨਕਮ ਇਕੁਅਲੀ ਡਿਸਟ੍ਰੀਬਿਊਟਡ ਹੈ ਜਾਂ ਫਿਰ ਇਨਇਕੁਅਲੀ। ਤੇ ਅਸੀਂ ਦੇਖਦੇ ਹਾਂ ਕਿ 0 to 1 ਜਿਹੜਾ ਸਕੇਲ ਹੈ ਉਹ ਸਕੇਲ ਹੁੰਦਾ ਹੈ ਗਿਨੀ ਇੰਡੈਕਸ ਦਾ ਜਾਂ ਫਿਰ ਗਿਨੀ ਕੋਐਫੀਸ਼ੀਐਂਟ ਦਾ। 0 ਕੀ ਰਿਪਰੈਜ਼ੈਂਟ ਕਰ ਰਿਹਾ ਹੈ? ਇਕੁਐਲਿਟੀ। 1 ਕੀ ਰਿਪਰੈਜ਼ੈਂਟ ਕਰ ਰਿਹਾ ਹੈ? ਐਬਸੋਲੂਟ ਜਾਂ ਫਿਰ ਪਰਫੈਕਟ ਇਨਇਕੁਐਲਿਟੀ। ਇਹਦਾ ਮਤਲਬ ਹੋਇਆ ਕਿ ਤੁਸੀਂ ਜਿੱਦਾਂ ਜਿੱਦਾਂ ਇੱਧਰ ਮੂਵ ਕਰੋਗੇ ਟੂਵਰਡਸ 1, ਇਨਇਕੁਐਲਿਟੀ ਇਨਕਰੀਜ਼ ਹੋਏਗੀ। ਸੋ ਇੱਥੇ ਕੀ ਸੀ? ਇਕੁਐਲਿਟੀ, ਤਾਂ ਕਰਕੇ ਇਹ ਸਟੇਟਮੈਂਟ ਗਲਤ ਹੋ ਗਈ। ਰਾਈਟ,
चलो, moving to question number 4. Which one of the following links all the ATMs in India? This is one of the previous year questions. UPSC the पूछा हुआ question है. I hope you will be able to solve it. Answer is D. That is National Payments Corporation of India. NPCI की है एक not for profit company है under joint association of Reserve Bank of India and Indian Banks Association. ਤੇ ਇਹ ਕੀ ਹੈ? NPCI ਇੱਕ ਅੰਬ੍ਰੇਲਾ ਆਰਗੇਨਾਈਜੇਸ਼ਨ ਹੈ, ਸਾਰੇ ਫਾਈਨੈਂਸ਼ੀਅਲ ਸਵਿਚ ਨੂੰ ਆਪਰੇਟ ਕਰਦੀ ਹੈ, ਇਹ ATMs ਨੂੰ ਪੂਰੇ ਦੇਸ਼ ਵਿੱਚ ਲਿੰਕ ਕਰਦੀ ਹੈ, ਰਾਈਟ? ਚਲੋ, ਮੂਵਿੰਗ ਟੂ ਕੁਐਸਚਨ ਨੰਬਰ 5. ਵਿਚ ਵਨ ਆਫ ਦ ਫੋਲੋਇੰਗ ਇਜ਼ ਕਰੈਕਟ ਇਨ ਰਿਗਾਰਡ ਟੂ ਦ ਕਨਸੈਪਟ ਆਫ ਡੈਪਰੀਸੀਏਸ਼ਨ? ਪਹਿਲਾ, wear and tear of factors of production is called depreciation. Second, depreciation is the mechanism to account for replacement of capital goods. ਤੀਜਾ, NDP equals to GDP minus depreciation. All right. So I believe depreciation ਦਾ concept ਤੁਸੀਂ ਜ਼ਰੂਰ ਪੜਿਆ ਹੋਵੇਗਾ ਇਕਨੋਮੀ ਵਿੱਚ. ਦੇਖੋ, ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਿ ਕੋਈ ਵੀ ਜਿਹੜੇ ਕੈਪੀਟਲ ਗੁੱਡਸ ਨੇ, ਕੈਪੀਟਲ ਗੁੱਡਸ ਦਾ ਮਤਲਬ ਹੋਇਆ ਕੋਈ ਵੀ ਤੁਹਾਡੀ ਮਸ਼ੀਨ ਹੈ, ਕੋਈ ਵੀ ਟੂਲਸ ਨੇ, ਕੋਈ ਵੀ ਇਕਵਿਪਮੈਂਟ ਹੈ, ਕੋਈ ਵੀ ਬਿਲਡਿੰਗਸ ਨੇ, ਜਿੱਦਾਂ ਕਿ ਫੈਕਟਰੀ ਬਿਲਡਿੰਗ ਹੋ ਗਈ, ਟਾਈਮ ਦੇ ਨਾਲ ਨਾਲ ਯੂਜ਼ ਕਰਨ ਤੋਂ ਵਾਰ-ਵਾਰ ਯੂਜ਼ ਕਰਦੇ ਹਾਂ ਅਸੀਂ, ਤੇ ਇਹ ਖਰਾਬ ਹੁੰਦੀ ਹੈ, ਵੀਅਰ ਟੀਅਰ ਹੁੰਦਾ, ਡੈਪਰੀਸ਼ੀਏਟ ਹੁੰਦੀ ਹੈ, ਤੇ ਇਹਦੇ ਕਰਕੇ ਕੀ ਕਹਿੰਦੇ ਆ ਅਸੀਂ, ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਹਾਂ ਅਸੀਂ ਵਿਦ ਦ ਟਰਮ ਡੈਪਰੀਸੀਏਸ਼ਨ. ਤੇ ਜਿਹੜਾ ਗ੍ਰੋਸ ਨੈਟ ਦਾ ਕਨਸੈਪਟ ਹੈ, ਨੈਟ ਅਸੀਂ ਜੇ ਕੱਢਣਾ ਹੈ, ਮੰਨ ਲਓ NDP ਕੱਢਣਾ ਹੈ, ਤੇ ਅਸੀਂ ਕੀ ਕਰਦੇ ਹਾਂ, GDP ਮਾਈਨਸ ਡੈਪਰੀਸੀਏਸ਼ਨ. ਮਤਲਬ ਕਿ ਨੈਟ ਜਦੋਂ ਵੀ ਅਸੀਂ ਕੱਢਣਾ ਹੈ ਜਾਂ ਨੈਟ ਤੇ ਜਦੋਂ ਵੀ ਅਸੀਂ ਜਾਣਾ ਹੈ, ਤੇ ਸਾਨੂੰ ਕੀ ਕਰਨਾ ਹੈ, ਗ੍ਰੋਸ ਵਿੱਚੋਂ ਡੈਪਰੀਸੀਏਸ਼ਨ ਨੂੰ ਸਬਟਰੈਕਟ ਕਰਨਾ ਹੈ. That is, when we subtract depreciation from the gross, we obtain net. So, ਇੱਥੇ ਸਾਰੀ statements ਜਿਹੜੀਆਂ ਨੇ ਉਹ ਬਿਲਕੁਲ correct ਨੇ, right? ਚਲੋ, moving to question number 6. Consider the following statements. The coexistence of high rate of unemployment and inflation is called deflation. ਤੇ ਦੂਜਾ, galloping inflation points out to unmanageably high inflation rates that run into 2 or 3 digits. ਤੁਸੀਂ ਦੱਸਣਾ ਹੈ correct statement ਕਿਹੜੀ ਹੈ? डिस्कस करते हैं पहली स्टेटमेंट. ਜਿਹੜੀ ਪਹਿਲੀ ਸਟੇਟਮੈਂਟ ਹੈ ਉਹ ਗਲਤ ਹੈ, ਬਿਕੋਜ਼ ਜੇ ਤੁਸੀਂ ਇਨਫਲੇਸ਼ਨ ਤੇ ਅਨਐਮਪਲੋਇਮੈਂਟ ਦੋਨਾਂ ਚ ਹਾਈ ਰੇਟ ਦੇਖ ਰਹੇ ਹੋ, ਉਹਨੂੰ ਅਸੀਂ ਕਹਿੰਦੇ ਆ ਸਟੈਗਫਲੇਸ਼ਨ. ਉਹਨੂੰ ਕੀ ਕਹਿੰਦੇ ਆ? ਸਟੈਗਫਲੇਸ਼ਨ. ਸੋ ਫਰਸਟ ਇਜ਼ ਇਨਕਰੈਕਟ. ਸੈਕੰਡ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਕਿ ਗੈਲਪਿੰਗ ਜਾਂ ਫਿਰ ਹਾਈਪਰ ਇਨਫਲੇਸ਼ਨ ਹੈ, ਬਹੁਤ ਜ਼ਿਆਦਾ ਰੇਟ ਹੈ ਇਨਫਲੇਸ਼ਨ ਦਾ, ਹੋ ਸਕਦਾ ਹੈ ਕਿ 2 ਡਿਜਿਟ ਮਤਲਬ ਕਿ 10% ਜਾਂ ਫਿਰ ਹੋ ਸਕਦਾ ਹੈ ਈਵਨ 3 ਡਿਜਿਟ. ਤੇ ਇੱਥੇ ਆਨਸਰ ਕੀ ਹੋ ਗਿਆ? ਬੀ. correct statement ਜਿਹੜੀ ਹੈ ਉਹ only second. So we have discussed galloping inflation or hyperinflation, and also we have discussed stagflation. ਇਹ ਗ੍ਰਾਫ ਦੇ ਥਰੂ ਦੇਖੋ ਕਿ ਇਹ ਟਾਈਮ ਪੀਰੀਅਡ ਹੈ, ਇੱਥੇ x ਐਕਸਿਸ ਤੇ, y ਐਕਸਿਸ ਤੇ ਕੀ ਹੈ? ਪਰਸੈਂਟੇਜ ਜਾਂ ਫਿਰ ਪ੍ਰਾਈਸ ਰਾਈਜ਼. ਤੇ ਸਭ ਤੋਂ ਸਲੋ ਜਿਹੜੀ ਇਨਫਲੇਸ਼ਨ ਹੁੰਦੀ ਹੈ ਉਹਨੂੰ ਕਹਿੰਦੇ ਆ ਕ੍ਰੀਪਿੰਗ ਇਨਫਲੇਸ਼ਨ. ਉਸ ਤੋਂ ਬਾਅਦ ਰੇਟ ਆਫ ਇਨਫਲੇਸ਼ਨ ਹੋਰ ਇਨਕਰੀਜ਼ ਕਰ ਗਿਆ ਤੇ ਵਾਕਿੰਗ ਇਨਫਲੇਸ਼ਨ. ਵਾਕ ਕਰਨ ਤੋਂ ਬਾਅਦ ਜੇ ਹੋਰ ਇਨਫਲੇਸ਼ਨ ਵੱਧ ਗਈ, ਪ੍ਰਾਈਸਸ ਦੇ ਰਾਈਜ਼ ਜਿਹੜਾ ਹੈ ਉਹ ਹੋਰ ਜ਼ਿਆਦਾ ਇਨਕਰੀਜ਼ ਹੋ ਰਿਹਾ, then it is running inflation. And last, if the rates of inflation are in 2 digits or even touching 3 digits, ਤਾਂ ਅਸੀਂ ਕਹਿੰਦੇ ਹਾਂ hyper ਜਾਂ ਫਿਰ galloping inflation, right? I believe this is clear. Moving to question number 7. Which of the following statements is or are not correct? ਪਹਿਲਾ, when the outcome of any activity is taken as base for any budget, such a budget is known as performance budget. ਦੂਜਾ, cess and surcharge are counted under tax revenue. ਮਾਰਕ ਕਰੋ ਜੀ ਕਿਹੜੀ ਇੱਥੇ ਸਟੇਟਮੈਂਟ ਜਿਹੜੀ ਹੈ ਉਹ ਇਨਕਰੈਕਟ ਹੈ. ਸੋ ਦਾ ਆਨਸਰ ਵਿਲ ਬੀ ਡੀ, ਦੈਟ ਇਜ਼ ਨਾਈਦਰ 1 nor 2. ਕਿਉਂ? ਕਿਉਂਕਿ ਦੋਨੋਂ ਸਟੇਟਮੈਂਟ ਜਿਹੜੀਆਂ ਨੇ ਉਹ ਕਰੈਕਟ ਨੇ. ਜਦੋਂ ਵੀ ਅਸੀਂ ਇਦਾਂ ਦਾ ਬਜਟ ਫਾਰਮ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਕੋਈ ਵੀ ਪੈਸਾ ਜਿਹੜਾ ਬਜਟ ਵਿੱਚ ਐਲੋਕੇਟ ਕੀਤਾ ਸੀ, ਉਸ ਪੈਸੇ ਨੂੰ ਯੂਜ਼ ਕਰਕੇ ਕਿਹੜੀ ਐਕਟੀਵਿਟੀ ਪਰਫਾਰਮ ਕੀਤੀ ਗਈ, ਕਿਹੜੀ ਸਕੀਮ ਜਾਂ ਪ੍ਰੋਗਰਾਮ ਨੂੰ ਇੰਪਲੀਮੈਂਟ ਕੀਤਾ ਗਿਆ ਤੇ ਉਹਦੀ ਪਰਫਾਰਮੈਂਸ ਕੀ ਸੀ, ਉਸ ਤਰੀਕੇ ਦੇ ਬਜਟ ਨੂੰ ਅਸੀਂ ਕੀ ਕਹਿੰਦੇ ਆ? ਪਰਫਾਰਮੈਂਸ ਬਜਟ. ਐਸੋਸੀਏਟ ਕਰੋ ਇਸ ਵਰਡ ਨਾਲ ਜਿਹੜਾ ਕਿ ਕੀ ਹੈ? ਪਰਫਾਰਮੈਂਸ. ਸੋ ਫਰਸਟ ਸਟੇਟਮੈਂਟ ਵਿਲ ਬੀ ਕਰੈਕਟ. ਦੂਜਾ ਜਿਹੜਾ ਹੈ ਕਿ ਜਿਹੜਾ ਵੀ ਟੈਕਸ ਰੈਵਨਿਊ ਹੈ ਸਰਕਾਰ ਦਾ, ਸਰਚਾਰਜ ਤੇ ਸੈਸ ਉਹਦੇ ਵਿੱਚ ਫਾਲ ਕਰਦੇ ਨੇ. ਸੋ ਆਨਸਰ ਵਿਲ ਬੀ ਡੀ, ਕਿ ਕੋਈ ਵੀ ਸਟੇਟਮੈਂਟ ਤੇ ਗਲਤ ਨਹੀਂ ਹੈ. ਸੋ ਵੀ ਹੈਵ ਡਿਸਕਸ ਥੀਸ ਥਿੰਗਸ. ਟੈਕਸ ਜਿਹੜਾ ਰੈਵਨਿਊ ਸੋਰਸ ਨੇ, ਦੇਖੋ ਰੈਵਨਿਊ ਸਰਕਾਰ ਕਿੱਥੋਂ ਕਮਾਉਂਦੀ ਹੈ? ਇੱਕ ਤਾਂ ਟੈਕਸ ਤੋਂ, ਦੂਜੇ ਕੁਝ ਹੁੰਦੇ ਨੇ ਨਾਨ ਟੈਕਸ. ਨਾਨ ਟੈਕਸ ਵਾਲਾ ਹੁਣੇ ਡਿਸਕਸ ਕਰਦੇ ਹਾਂ ਇੱਕ ਹੋਰ ਕੁਐਸਚਨ ਚ. ਬਟ ਟੈਕਸ ਸੋਰਸਸ, ਟੈਕਸ ਰੈਵਨਿਊ ਸੋਰਸਸ ਕੀ ਨੇ? ਤੁਹਾਡਾ ਇਨਕਮ ਟੈਕਸ ਹੋ ਗਿਆ, ਕਾਰਪੋਰੇਟ ਟੈਕਸ, ਸੇਲਸ ਟੈਕਸ, ਸਰਚਾਰਜ, ਸੈਸ, ਇਹ ਸਾਰੇ ਕੀ ਨੇ? ਟੈਕਸ ਰੈਵਨਿਊ. So, moving to question number 8. Which of the following form a part of the non-tax revenue of the government? Fees, escheats, fines, profits from public enterprises. ਤੁਸੀਂ ਇੱਥੇ ਮਾਰਕ ਕਰਨਾ ਹੈ 1 3 4 1 and 4 2 3 4 1 2 3 4. ਇੱਥੇ ਆਨਸਰ ਦੇਖੋ, ਦੱਸ ਦਿੰਦਾ ਮੈਂ, ਇਹ ਸਾਰੇ ਜਿਹੜੇ ਨੇ are a part of the non-tax revenue. So ਆਨਸਰ ਹੋਏਗਾ D. ਫੀਸ ਦਾ ਮਤਲਬ ਹੋ ਗਿਆ ਕਿ ਤੁਸੀਂ ਮੰਨ ਲਓ ਕੋਈ ਵੀ ਸਰਕਾਰੀ
ਸਰਵਿਸ ਨੂੰ ਯੂਜ਼ ਕਰ ਰਹੇ ਹੋ ਤੁਸੀਂ ਕੀ ਕਰਦੇ ਹੋ, ਇੱਕ ਫੀਸ ਦਿੰਦੇ ਹੋ, ਰਾਈਟ। ਫਾਈਨਸ ਦਾ ਮਤਲਬ ਕੀ ਹੋ ਗਿਆ ਕਿ ਜੇ ਤੁਸੀਂ ਟ੍ਰੈਫਿਕ ਵਾਇਲੇਟ ਕੀਤਾ ਜਾਂ ਟ੍ਰੈਫਿਕ ਦੇ ਰੂਲਸ ਨੂੰ ਵਾਇਲੇਟ ਕੀਤਾ, ਤੁਸੀਂ ਕੀ ਪੇ ਕੀਤਾ, ਇੱਕ ਚਲਾਨ ਪੇ ਕੀਤਾ ਜਾਂ ਫਿਰ ਇੱਕ ਵਾਇਲੇਸ਼ਨ ਫੀ ਪੇ ਕੀਤੀ। ਐਸਚੀਟਸ ਇੱਕ ਨਵਾਂ ਵਰਡ ਹੈ, ਉਸ ਤੇ ਮੈਂ ਆ ਰਿਹਾ। ਪ੍ਰੋਫਿਟਸ ਫਰੋਮ ਪਬਲਿਕ ਐਂਟਰਪ੍ਰਾਈਜ਼ਸ ਮਤਲਬ ਕਿ ਜਿਹੜੇ ਵੀ ਸਰਕਾਰ ਦੇ ਪੀਐਸਯੂਜ਼ ਨੇ, ਜਿਹੜੇ ਵੀ ਸਰਕਾਰ ਆਪਣੇ ਗਵਰਨਮੈਂਟ ਉਹ ਰਨ ਕਰਦੀ ਹੈ ਪੀਐਸਯੂ, ਜਿਵੇਂ ਕਿ ਓਐਨਜੀਸੀ ਹੋ ਗਿਆ, ਜਿਵੇਂ ਕਿ ਐਨਟੀਪੀਸੀ ਹੋ ਗਿਆ, ਸੇਲ ਹੋ ਗਿਆ, ਇਹਨਾਂ ਤੋਂ ਜੋ ਵੀ ਪ੍ਰੋਫਿਟ ਆਉਂਦਾ, अर्निंग ਆਉਂਦੀ ਹੈ, दैट इज अ पार्ट ऑफ नॉन टैक्स रेवेन्यू। कहने का मतलब है कि वो टैक्स ਤੋਂ थोड़ी इनकम आ रही है, दैट इज अदर देन फ्रॉम द टैक्स सोर्सेज, कि ਇਹਦੇ ਚ टैक्स ਦਾ ਕੋਈ एलिमेंट इन्वॉल्व नहीं है। सो इट इज आल्सो काउंटेड एज अ पार्ट ऑफ प्रॉफिट फ्रॉम, सॉरी इट इज आल्सो काउंटेड एज पार्ट ऑफ द नॉन टैक्स रेवेन्यू। ਹੁਣ ਆਉਂਦੇ ਆ ਇਸ ਚੀਟਸ ਤੇ। ਦੇਖੋ ਇਹ ਜਿਹੜੀ ਟਰਮ ਹੈ ਇਹਦਾ ਮਤਲਬ ਕੀ ਹੈ ਕਿ ਜੇ ਮੰਨ ਲਓ ਕੋਈ ਬੰਦਾ ਹੈ ਨਾ, ਪਰਿਵਾਰ ਵਿੱਚ ਇਕੱਲਾ ਬੰਦਾ ਹੈ, ਉਹਦਾ ਕੋਈ ਅੱਗੇ ਬੱਚਾ ਨਹੀਂ ਹੈ, ਅੱਗੇ ਕੋਈ ਹੋਰ ਕੋਈ ਅੱਗੇ ਪਿੱਛੇ ਨਹੀਂ ਹੈ ਉਹਦਾ, ਤੇ ਜੇ ਉਹ ਬੰਦਾ ਆਪਣੀ ਵਿਲ ਜਾਂ ਫਿਰ ਆਪਣੀ ਜਿਹਨੂੰ ਕਹਿ ਲਓ ਕਿ ਅੱਗੇ ਕਿਸੇ ਨੂੰ ਨੋਮੀਨੇਟ ਵਾਰਿਸ ਆਪਣਾ ਡਿਕਲੇਅਰ ਕਰੇ ਬਿਨਾ ਮਰ ਜਾਂਦਾ ਹੈ ਕਿ ਬਈ ਮੇਰੇ ਮਰਨ ਤੋਂ ਬਾਅਦ ਇਹ ਬੰਦਾ ਜਿਹੜਾ ਹੋਏਗਾ ਇਹ ਮੇਰਾ ਵਾਰਿਸ ਹੋਏਗਾ, ਇਦਾਂ ਦੀ ਕੋਈ ਵੀ ਡਿਕਲੇਰੇਸ਼ਨ ਉਹਨੇ ਨਹੀਂ ਕੀਤੀ, ਉਹਨੇ ਕੋਈ ਵਿਲ ਨਹੀਂ ਤਿਆਰ ਕੀਤੀ, ਤੇ ਉਹਦੀ ਜਿਹੜੀ ਵੀ ਪ੍ਰੋਪਰਟੀ ਹੈ ਉਹ ਕੀ ਹੈ, ਅਨਕਲੇਮਡ ਹੈ, ਤੇ ਉਹਦੇ ਤੇ ਕੀ ਹੁੰਦਾ ਹੈ, ਗਵਰਨਮੈਂਟ ਕਲੇਮ ਕਰਦੀ ਹੈ, ਤੇ ਜੇ ਉਹ ਗਵਰਨਮੈਂਟ ਕੋਲ ਚਲਾ ਗਿਆ ਉਹਨੂੰ ਕੀ ਕਹਾਂਗੇ ਅਸੀਂ, ਐਸਚੀਟਸ, ਰਾਈਟ। दैट इज द मीनिंग ऑफ द वर्ड हेयर कि भाई कोई भी इदां दा क्लेम स्टेट ਦਾ ਜਾਂ ਸਰਕਾਰ ਦਾ ਇਦਾਂ ਦੀ ਕੋਈ ਵੀ ਪ੍ਰਾਪਰਟੀ ਤਾਂ ਇਸ ਉਦਾਂ ਦੇ ਕਿਸੇ ਬੰਦੇ ਦੀ ਜਿਹੜਾ ਕਿ ਮਰ ਗਿਆ, ਗੁਜ਼ਰ ਗਿਆ ਵਿਦਆਊਟ ਐਨੀ ਲੀਗਲ ਹੇਅਰਸ, ਮਤਲਬ ਕਿ ਕੋਈ ਵਾਰਿਸ ਨਹੀਂ ਉਹਦਾ ਜਾਂ ਫਿਰ ਕੋਈ ਡਾਕੂਮੈਂਟਡ ਵਿਲ, ਰਾਈਟ। ਸੋ दैट इज कॉल्ड एस्टेट्स। ਬਾਕੀ ਤਾਂ ਤੁਸੀਂ ਦੇਖ ਹੀ ਲਿਆ, अर्निंग फ्रॉम पब्लिक एंटरप्राइजेस, गिफ्ट, ग्रांट, एड, स्पेशल असेसमेंट ऑफ बेटरमेंट लेवी, लाइसेंस रिन्यूअल फी एक तरीके का एग्जांपल है। लाइसेंस ਨੂੰ ਰਿਨਿਊ ਜਦੋਂ ਤੁਸੀਂ ਕਰਾਉਂਦੇ ਹੋ ਆਰਟੀਓ ਤੋਂ ਤੇ ਉਹਦੇ ਲਈ ਤੁਸੀਂ ਫੀਸ ਦਿੰਦੇ ਹੋ, ਟ੍ਰੈਫਿਕ ਵਾਇਲੇਸ਼ਨ ਤੁਸੀਂ ਫਾਈਨ ਦਿੰਦੇ ਹੋ, ਤੇ ਇਹ ਸਾਰੇ ਕੀ ਨੇ, ਨॉन टैक्स रेवेन्यू। चलो मूविंग टू क्वेश्चन नंबर 9, द नंबर ऑफ बर्थ्स पर 1000 पॉपुलेशन इज कॉल्ड क्रूड डेथ रेट, मोर्टेलिटी रेट, मोबिलिटी रेट या फिर क्रूड बर्थ रेट। वन लाइनर क्वेश्चन है, आई होप यू विल बी एबल टू सॉल्व इट। आंसर की होएगा डी, दैट इज क्रूड बर्थ रेट। देखो क्रूड बर्थ ਤੇ क्रूड डेथ ਸਿੰਪਲ ਜੇ ਸਿਮਿਲਰ ਜੇ ਕਨਸੈਪਟ ਨੇ। ਪਰ 1000 ਜਦੋਂ ਤੁਸੀਂ ਦੇਖਦੇ ਆ ਬਰਥ ਨੂੰ ਤੇ ਉਹਨੂੰ ਕਹਿੰਦੇ ਆ क्रूड बर्थ रेट, ਜਦੋਂ पर 1000 ਅਸੀਂ ਦੇਖਦੇ ਆ ਨੰਬਰ ਆਫ ਪਰਸਨਸ ਹੂ ਆਰ ਡਾਈਂਗ ਉਹਨੂੰ ਕਹਿੰਦੇ ਆ क्रूड बर्थ रेट। सो दैट इज सिंपल वन लाइनर क्वेश्चन। लास्ट क्वेश्चन फॉर द डे, consider the following statements, the more we have of a thing the less the satisfaction is called law of diminishing marginal utility। ਤੇ ਦੂਜਾ, demand for a commodity is said to be inelastic when the quantity demanded increases by a large amount due to little fall in price। ਤੇ ਤੁਸੀਂ ਦੱਸਣਾ ਇੱਥੇ ਕਿਹੜੀ ਸਟੇਟਮੈਂਟ ਜਿਹੜੀ ਹੈ ਕਰੈਕਟ ਹੈ। ਆਨਸਰ ਵਿਲ ਬੀ ਏ, ਕਿ ਪਹਿਲੀ ਜਿਹੜੀ ਸਟੇਟਮੈਂਟ ਹੈ ਉਹ ਕਰੈਕਟ ਹੈ, ਦੂਜੀ ਇਨਕਰੈਕਟ ਹੈ। ਦੱਸਣਾ ਮੈਂ ਹਲੇ ਆਈ ਐਕਸਪਲੇਨ ਕਿ ਵੀ ਕਿਉਂ ਇਨਕਰੈਕਟ ਹੈ। ਦੇਖੋ ਜਿਹੜਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਹੈ, ਇਹਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਕੋਈ ਚੀਜ਼ ਕੰਜ਼ਿਊਮ ਕਰਨੀ ਸਟਾਰਟ ਕੀਤੀ ਤੇ ਸਟਾਰਟਿੰਗ ਵਿੱਚ दैट इज यू नो ਸੈਟੀਸਫੈਕਸ਼ਨ ਦਾ ਲੈਵਲ ਬਹੁਤ ਜ਼ਿਆਦਾ ਹੈ, बट एज यू गो ऑन कंज्यूमिंग दैट आइटम और दैट थिंग कि या फिर ਉਹਦੀ ਜਿਹੜੀ ਕੁਆਂਟੀਟੀ ਤੁਹਾਡੇ ਕੋਲ ਹੈ ਉਹ ਵੱਧਦੀ ਜਾਏਗੀ, ਉਹਦੀ ਸੈਟੀਸਫੈਕਸ਼ਨ ਲੈਵਲ ਜਿਹੜੇ ਨੇ ਉਹ ਰਿਡਿਊਸ ਹੁੰਦੇ ਜਾਣਗੇ। ਫੋਰ ਐਗਜ਼ਾਮਪਲ ਕਿ ਤੁਹਾਡੇ ਕੋਲ ਪਹਿਲਾਂ ਮੰਨ ਲਓ ਕਿ ਕੋਈ ਵੀ ਇੱਕ ਵਹੀਕਲ ਨਹੀਂ ਸੀਗਾ, ਰਾਈਟ, ਤੇ ਤੁਹਾਡੇ ਕੋਲ ਇੱਕ ਬਾਈਕ ਆ ਗਈ ਜਾਂ ਇੱਕ ਕਾਰ ਆ ਗਈ, ਦੋ ਕਾਰਸ ਆ ਗਈਆਂ, ਤਿੰਨ ਕਾਰਸ ਆ ਗਈਆਂ, ਚਾਰ ਪੰਜ ਗੱਡੀਆਂ ਤੁਸੀਂ ਲੈ ਲਈਆਂ, ਤੇ ਜਿੱਦਾਂ ਜਿੱਦਾਂ ਤੁਸੀਂ ਇਨਕਰੀਜ਼ ਕਰਦੇ ਜਾ ਰਹੇ ਹੋ ਸੈਟੀਸਫੈਕਸ਼ਨ ਰਿਡਿਊਸ ਹੁੰਦੀ ਜਾਏਗੀ। ਹਾਂ ਚਲੋ ਠੀਕ ਹੈ, ਪਹਿਲੀ ਗੱਡੀ ਲਈ ਯਾਰ ਬਹੁਤ ਜ਼ਿਆਦਾ ਉਹ ਹੋਇਆ, खुशी हुई है ना, बहुत ज़्यादा तुसी एक्साइटेड सीगे, दूजी गड्डी लई ठीक है थोड़ी घट सी, तीजी चौथी पंजवीं तुसी मान लो इन्नी बरकत की है ना, इन्ना राइज किया दुनिया जिंदगी च, ते बई उन्नी वो सैटिस्फैक्शन नहीं रही जो तुसी अपनी 5th कार परचेज की। फॉर एग्जाम्पल जस्ट एक एग्जाम्पल के तौर पर, तो इनू किसी असी इकोनॉमी में किद्दां डिनोट करते हैं, लॉ ऑफ डिमिनिशिंग मार्जिनल यूटिलिटी। सो द फर्स्ट स्टेटमेंट इज करैक्ट। दूजी जी है वो इनकरैक्ट है, क्यों? क्योंकि इत्थे आना चाहिए सी इलास्टिक। इलास्टिक का मतलब की होया, एग्जाम्पल के थ्रू असी समझने की कोशिश करते हैं कि जेडे हाई एंड कोई भी मान लो गैजेट्स ने या फिर इलैक्ट्रॉनिक डिवाइसेस ने, एग्जाम्पल की हो गया थोड़ा एक मान लो iPhone 14 जो लॉन्च होया होना, जस्ट फॉर एन एग्जाम्पल, तो जो हम iPhone 14 लॉन्च होया है इसका प्राइस होने मान लो 1.5 लाख रुपीज है पर फोन। ਤੇ ਇੱਥੇ ਅਸੀਂ ਕੀ ਕਹਿ ਰਹੇ ਹਾਂ ਕਿ ਡਿਮਾਂਡ ਫॉर ਅ ਕਮੋਡਿਟੀ ਇਜ਼ ਸੈਡ ਟੂ ਬੀ ਇਨਇਲਾਸਟਿਕ ਵੈਨ ਦ ਕੁਆਂਟੀਟੀ ਡਿਮਾਂਡਡ ਇਨਕਰੀਜ਼ਸ ਬਾਈ ਅ ਲਾਰਜ ਅਮਾਊਂਟ ਡਿਊ ਟੂ ਲਿਟਲ ਫਾਲ ਇਨ ਪ੍ਰਾਈਸ। ਤੇ ਇੱਥੇ ਦੇਖੋ ਜੇ ਹਾਲੇ 1.5 ਲੱਖ ਰੁਪਏ ਦਾ ਫੋਨ ਹੈ, ਕੋਈ ਮੰਨ ਲਓ ਬਿਗ ਬਿਲੀਅਨ ਸੇਲ ਚੱਲ ਰਹੀ ਹੈ, ਕੋਈ ਵੀ ਹੋਰ ਸੇਲ ਚੱਲ ਰਹੀ ਹੈ, ਤਾਂ ਇੱਥੇ 20-30 ਹਜ਼ਾਰ ਰੁਪਏ ਪ੍ਰਾਈਸ ਦਾ ਘਟ ਗਿਆ, ਤਾਂ ਤੁਹਾਨੂੰ ਮਿਲ ਰਿਹਾ 1.2 ਲੱਖ ਰੁਪੀਸ ਵਿੱਚ।
मतलब कि प्राइस ਜਿਹੜਾ ਹੈ ਉਹ ਥੋੜਾ ਜਿਹਾ ਰਿਡਿਊਸ ਹੋਇਆ। ਇਸ ਥੋੜੇ ਜਿਹੇ ਪ੍ਰਾਈਸ ਦੇ ਰਿਡਿਊਸ ਹੋਣ ਦਾ ਅਸਰ ਕੀ ਹੋਏਗਾ ਕਿ ਇਹਦੀ ਜਿਹੜੀ ਡਿਮਾਂਡ ਹੈ ਨਾ ਉਹ ਇਨਕਰੀਜ਼ ਕਰ ਜਾਏਗੀ। ਉਹ ਡਿਮਾਂਡ ਕਾਫੀ ਜ਼ਿਆਦਾ ਇਨਕਰੀਜ਼ ਕਰੇਗੀ। ਲੋਕਾਂ ਨੂੰ ਲੱਗੇਗਾ ਯਾਰ ਹਾਈ ਐਂਡ ਗੈਜਟ ਹੈ, 1.5 ਲੱਖ ਦਾ ਫੋਨ 1,20,000 ਚ ਮਿਲ ਰਿਹਾ, 30,000 ਦਾ ਫਾਇਦਾ ਹੈ, ਤੇ ਡਿਮਾਂਡ ਕਾਫੀ ਜ਼ਿਆਦਾ ਇਨਕਰੀਜ਼ ਕਰ ਜਾਏਗੀ। ਤੇ ਕੀ ਹੋ ਰਿਹਾ, ਥੋੜਾ ਜਿਹਾ ਪ੍ਰਾਈਸ ਕਮ ਹੋਣ ਤੋਂ ਡਿਮਾਂਡ ਕਾਫੀ ਜ਼ਿਆਦਾ ਵੱਧ ਰਹੀ ਹੈ ਤੇ ਕੀ ਇਹ ਇਲਾਸਟਿਕ ਹੈ। ਦੈਟ ਇਜ਼ ਵਾਈ ਇਨਇਲਾਸਟਿਕ ਇੱਥੇ ਜਿਹੜਾ ਹੈ ਉਹ ਗਲਤ ਹੈ। ਤੇ ਆਨਸਰ ਵਿਲ ਬੀ ਏ। ਆਈ ਹੋਪ ਦਿਸ ਇਜ਼ ਕਲੀਅਰ ਟੂ ਆਲ ਆਫ ਯੂ। ਸੋ ਅਸੀਂ ਦੇਖਿਆ ਕਿ ਬਈ ਜਿਹੜੀ ਵੀ ਡਿਮਾਂਡ ਫॉर ਕਮੋਡਿਟੀ ਉਹਨੂੰ ਇਲਾਸਟਿਕ ਕਦੋਂ ਕਹਿੰਦੇ ਆ ਅਸੀਂ, when the quantity demanded increases by a large amount due to a little fall in the price and decreases by a large amount due to a little rise in the price, ਜਿੱਦਾਂ ਕਿ ਹਾਈ ਐਂਡ ਇਲੈਕਟ੍ਰੋਨਿਕ ਆਈਟਮਸ, ਲਗਜ਼ਰੀ ਆਈਟਮਸ, ਰਾਈਟ। ਇਸ ਕਰਕੇ ਸੈਕੰਡ ਸਟੇਟਮੈਂਟ ਜਿਹੜੀ ਸੀ ਸਾਡੀ ਉੱਥੇ ਇਨਕਰੈਕਟ ਸੀ। ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਅਸੀਂ ਡਿਸਕਸ ਕਰ ਲਿਆ। ਦੈਟ ਇਜ਼ ਵਾਈ ਸਟੇਟਮੈਂਟ 1 ਵਾਸ ਕਰੈਕਟ। ਸੋ ਆਈ ਹੋਪ ਸਾਡੇ ਸਾਰੇ ਕੁਐਸਚਨਸ ਕਲੀਅਰ ਨੇ ਤੁਹਾਨੂੰ, ਤੁਸੀਂ ਇੰਜੋਏ ਕੀਤਾ ਸੈਸ਼ਨ। ਜਾਣ ਤੋਂ ਪਹਿਲਾਂ ਪਲੀਜ਼ ਮੇਕ ਸ਼ੋਰ ਕਿ ਇੱਕ ਵਾਰੀ ਲਾਈਕ ਬਟਨ ਨੂੰ ਹਿੱਟ ਕਰ ਦਿਓ ਯਾਰ, ਤੇ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਦੋਸਤਾਂ 'ਚ, ਹੈ ਨਾ, ਜੇ ਬਾਕੀ ਹੋਰ ਵੀ ਜਿਹੜੇ ਲੋਕ ਪ੍ਰਿਪੇਅਰ ਕਰ ਰਹੇ ਨੇ ਉਹਨਾਂ ਨੂੰ ਵੀ ਫਾਇਦਾ ਮਿਲੇ ਇਸ ਵੀਡੀਓ ਦਾ। ਸੋ ਇਹ ਕੁਝ ਇਨੀਸ਼ੀਏਟਿਵਸ ਨੇ, ਪੇਡ ਇਨੀਸ਼ੀਏਟਿਵਸ ਤੇ ਫ੍ਰੀ ਇਨੀਸ਼ੀਏਟਿਵਸ ਜਿਹੜੇ ਤੁਹਾਨੂੰ ਦਿਖ ਰਹੇ ਨੇ। ਇਨਰੋਲ ਕਰ ਸਕਦੇ ਹੋ ਜਿਸ ਹਿਸਾਬ ਨਾਲ ਜਿਹੜੇ ਪੇਪਰ ਦੀ ਤੁਸੀਂ ਪ੍ਰਿਪਰੇਸ਼ਨ ਕਰ ਰਹੇ ਹੋ। ਸੋ ਦੈਟ ਇਜ਼ ਆਲ ਫਰਮ ਮਾਈ ਸਾਈਡ। ਮਿਲਦੇ ਹਾਂ ਅਗਲੇ ਵੀਡੀਓ ਵਿੱਚ। ਅੰਟਿਲ ਦੈਨ ਤੁਸੀਂ ਸਾਰੇ ਆਪਣਾ ਧਿਆਨ ਰੱਖੋ। ਟੇਕ ਕੇਅਰ, ਸਟੱਡੀ ਵੈਲ। ਜੈ ਹਿੰਦ ਐਂਡ ਬਾਏ।